पूरा प्रभ आराध्या पूरा जाका नाओ नानक पूरा पाया पूरे के गुण गाओ सुकाओ टल गुर सेविया ऐनस सहज सुभाए दर्शन परसय गुरु कै जन्म मरण दुख जाय होवै सिफत समधि नूर अरसों कुरसों चटी है तुद डिठे सचे पातशाह माल जन्म जन्म दी कटिए तुद डिठे सचे पातशाह माल जन्म जन्म दी कटिए। सतनाम श्री वाहिगुरु साहिब जीओ। सोरठ महला पंजवा घर पहला चौतुके गुर गोविंद सलाहिए भाई मन तन हिरदै धार साचा साहिब मन वसै भाई इहा करनी सार जित तन नाम न उपजै भाई से तन होए चार साध संगत को वारिया भाई जिन एकंकार आधार गुर गोविंद सलाहिए भाई मन तन हिरदै धार। वाहिगुरु जी का खालसा वाहिगुरु जी की फतेह। पतित पावन किरपा निधान गरीब नवाज सतगुरु श्री गुरु ग्रंथ साहिब जियां दी पवित्र पावन हजूरी अंदर सभाएमान हो रही गुरु की संगत आप संगत ने सतगुरां दे दरबार विच सुशोभत हो करके सतगुरां दी इलाही ते अगमी बाणी दे कीर्तन और नितनेम दीयां दातां सरवण कीतियां। जिस तरह के आप संगतां भली भांत जानते हो कि कोरोना वायरस नूं मुख रखदिया होया पिछले कुछ दिनों तो कथा अते कीर्तन दे जो दीवान सन वो बंद सन। केवल आपां गुरु दरबार दे विच नितनेम ही सरवण किया, नितनेम दीयां बाणियां सरवण करते रहे। सतगुरां ने रहमत की है अज तो ये जो दीवान हैं कथा ते कीर्तन दे सवेर दे अते शाम दे जिहड़े हैं वो प्रारंभ हो चुके हैं। हुण आपां सवेरे शाम गुरबाणी दे कीर्तन और सतगुरां दे इतिहास की कथा गुरबाणी की कथा सरवण करया करांगे। सतगुरु पातशाह महाराज साहब जी ने महान कृपा की है। अज दे जो शब्द की विचार है 608 अंग के उपर ये शब्द आपां सरवण करन जा रहे हाँ। इस तो पहला आपां शब्द गुरु अर्जन साहब पातशाह दे सरवण कर रहे सी। किस हों जाची किस आराधी जां सब को कीता होसी जो जो दीसै वड्डा वडेरा सो सो खाकू रलसी। ये शब्द की विचार आपां पहला दीवान बंद होने तो पहला सरवण की सी। इत्थे अपनी ये गुरबाणी की विचार आपां सरवण कर रहे सी। अज दीवाना की प्रारंभता हुई है तो अज महाराज इस तो अगला जो शब्द है वो सानू बख्शिश कर रहे हैं। आओ कुछ समय वास्ते अपने मन के ध्यान नूं टकाइए गुरु चरणां अंदर बड़ी भावना नाल शरधा नाल सतगुरां दे ये पवित्र वचन सरवण करके लाहा प्राप्त करिए। मिल के आखिए सतनाम श्री वाहिगुरु साहिब जी।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾਂ। ਘਰ ਪਹਿਲਾ ਚੌਤੁਕੇ। ਸੋਰਠ ਰਾਗ ਦਾ ਇਹ ਸ਼ਬਦ ਹੈ। ਸੋਰਠ ਰਾਗ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਮਹਾਰਾਜ ਜੀਆਂ ਨੇ ਦਰਜ ਕੀਤਾ ਹੈ। ਮਹਾਰਾਜ ਸਾਹਿਬ ਜੀ ਦੇ ਬਚਨ ਨੇ ਰਾਗਮਾਲਾ ਦੇ ਅੰਦਰ ਖਸਟਮ ਮੇਘ ਰਾਗ ਵੈ ਗਾਵੈ, ਪੰਚੋ ਸੰਗ ਬਰੰਗਨ ਲਾਵੈ, ਸੋਰਠ ਗੋਂਡ ਮਲਾਰੀ ਧੁਨੀ, ਪੁਨ ਗਾਵੈ ਆਸਾ ਗੁਣ ਗੁਣੀ। ਜਦੋਂ ਆਪਾਂ ਰਾਗਮਾਲਾ ਗੁਰਬਾਣੀ ਨੂੰ ਪੜ੍ਹਦੇ ਹਾਂ ਉਹਦੇ ਵਿੱਚ ਮਹਾਰਾਜ ਨੇ ਇਸ ਸੋਰਠ ਨੂੰ ਰਾਗਨੀ ਲਿਖਿਆ ਹੈ, ਮੇਘ ਰਾਗ ਦੀ ਇਸਤਰੀ ਲਿਖਿਆ ਹੈ। ਸੋ ਇਸ ਰਾਗਨੀ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਇਹ ਉਪਦੇਸ਼ ਹੈ। ਪਹਿਲੇ ਘਰ ਦੇ ਅੰਦਰ ਜੋ ਰਾਗ ਪੜ੍ਹਨ ਵਾਲੇ, ਰਾਗ ਗਾਉਣ ਵਾਲੇ ਗੁਰੂ ਕੇ ਕੀਰਤਨੀਏ ਨੇ, ਉਹਨਾਂ ਨੂੰ ਹੁਕਮ ਹੋਇਆ ਹੈ ਕਿ ਪਹਿਲੇ ਘਰ ਦੇ ਅੰਦਰ ਇਸ ਸ਼ਬਦ ਦਾ ਗਾਇਨ ਕਰਨਾ। ਚੌਤੁਕੇ ਤੋਂ ਭਾਵ ਹੈ ਚਾਰ ਚਾਰ ਤੁਕਾਂ ਦਾ ਇਹ ਜੋ ਸ਼ਬਦ ਹੈ, ਇੱਕ ਇੱਕ ਪੌੜੀ ਆਵੇਗੀ। ਇਸ ਦੀ ਇੱਕ ਪੌੜੀ ਦੇ ਵਿੱਚ ਚਾਰ ਤੁਕਾਂ, ਚਾਰ ਪੰਕਤੀਆਂ ਹੋਣਗੀਆਂ, ਫਿਰ ਇੱਕ ਪੌੜੀ ਬਣੇਗੀ। ਇਸ ਤਰ੍ਹਾਂ ਚਾਰ ਚਾਰ ਤੁਕਾਂ ਦੀਆਂ ਚਾਰ ਪੌੜੀਆਂ ਜਿਹੜੀਆਂ ਨੇ ਵੱਖ-ਵੱਖ ਆਉਣਗੀਆਂ ਅਤੇ ਫਿਰ ਇਹ ਸ਼ਬਦ ਸੰਪੂਰਨ ਹੋਵੇਗਾ। ਜਾਂ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ 16 ਪੰਕਤੀਆਂ ਆਉਣਗੀਆਂ। 16 ਪੰਕਤੀਆਂ ਦਾ ਇਹ ਸ਼ਬਦ ਜੋ ਹੈ ਸਾਨੂੰ ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ। ਮਹਾਰਾਜ ਫਰਮਾਉਂਦੇ ਹਨ, ਗੁਰ ਗੋਬਿੰਦ ਸਲਾਹੀਏ ਭਾਈ, ਮਨ ਤਨ ਹਿਰਦੈ ਧਾਰ। ਗੋਬਿੰਦ ਪਰਮਾਤਮਾ ਦਾ ਰੂਪ ਸਤਿਗੁਰੂ ਹਨ। ਦੁਨੀਆ ਵਿੱਚ ਗੁਰਮੁਖੋ ਗੁਰੂ ਤੇ ਬੜੇ ਬਣੇ ਹੋਏ, ਆਪਣੇ ਆਪ ਨੂੰ ਕੋਈ ਸੱਚਾ ਗੁਰੂ, ਕੋਈ ਵੱਡਾ ਗੁਰੂ, ਵੱਡੇ ਤੋਂ ਵੱਡਾ ਨਾਮ ਰਖਵਾ ਕੇ ਕਿ ਮੈਂ ਫਲਾਣਾ ਗੁਰੂ ਹਾਂ, ਤੁਰੇ ਫਿਰਦੇ। ਪਰ ਅਧੂਰਿਆਂ ਦੀ ਬਾਤ ਨਹੀਂ ਹੈ। ਗੁਰ ਗੋਬਿੰਦ, ਜਿਹੜਾ ਗੁਰੂ ਗੋਬਿੰਦ ਦਾ ਰੂਪ ਹੈ, ਪਰਮੇਸ਼ਰ ਦਾ ਰੂਪ ਹੈ। ਪਰਮੇਸ਼ਰ ਦਾ ਰੂਪ ਗੁਰੂ ਉਹ ਹੈ, ਸਤਿਪੁਰਖ ਜਨ ਜਾਣਿਆ, ਸਤਿਗੁਰ ਤਿਸ ਕਾ ਨਾਉ। ਜਿਸ ਨੇ ਪਰਮੇਸ਼ਰ ਨੂੰ ਜਾਣ ਲਿਆ ਹੈ ਉਹ ਜਾਣਨ ਵਾਲਾ ਅਸਲੀ ਗੁਰੂ ਹੈ। ਕਹਿਣ ਲੱਗੇ ਐਸੇ ਗੁਰੂ ਦੇ ਨਾਲ ਮਿਲ ਕੇ ਹਿਰਦੈ ਧਾਰ, ਆਪਣੇ ਹਿਰਦੇ ਵਿੱਚ ਪ੍ਰੇਮ ਧਾਰ ਕੇ, ਹਿਰਦੇ ਦੀ ਇਕਾਗਰਤਾ ਦੇ ਨਾਲ ਮਨ ਤਨ ਸਲਾਹੀਐ ਭਾਈ, ਆਪਣੇ ਮਨ ਕਰਕੇ ਤੇ ਤਨ ਕਰਕੇ ਪਰਮੇਸ਼ਰ ਦੀ ਸਲਾਹੁਤਾ ਕਰ। ਮਨ ਕਰਕੇ ਵੀ ਉਹਦੇ ਨਾਮ ਨੂੰ ਜਪ। ਜਦੋਂ ਨਾਮ ਜਪਦਾ ਨਾ, ਗੁਰਬਾਣੀ ਪੜ੍ਹਦਾ, ਕਈ ਵਾਰੀ ਆਪਾਂ ਕੀ ਕਰਦੇ, ਜਪਜੀ ਸਾਹਿਬ ਦਾ ਪਾਠ ਕਰ ਰਹੇ ਹਾਂ, ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਹਾਂ, ਅਸੀਂ ਤਨ ਕਰਕੇ ਤੇ ਕਰਦੇ ਪਏ। ਗੁਟਕਾ ਸਾਹਿਬ ਹੱਥ ਵਿੱਚ ਫੜਿਆ ਹੈ, ਜ਼ੁਬਾਨ ਸਾਡੀ ਬੋਲਦੀ ਪਈ ਹੈ, ਤਨ ਕਰਕੇ ਕਰਦੇ ਪਏ, ਪਰ ਮਨ ਕਿਤੇ ਦੌੜਿਆ ਹੋਇਆ। ਕਬਹੂ ਜੀਆੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਆੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਪਾਲ। ਗੁਰਬਾਣੀ ਦਾ ਪਾਠ ਤੇ ਚੱਲਦਾ ਪਿਆ, ਪਰ ਮਨ ਉਹਦੇ ਵਿੱਚ ਨਹੀਂ ਹੈ, ਕਦੇ ਕਿਤੇ ਦੌੜ ਜਾਂਦਾ, ਕਦੇ ਕਿਤੇ ਦੌੜ ਜਾਂਦਾ। ਸਤਿਗੁਰੂ ਪਾਤਸ਼ਾਹ ਫਰਮਾ ਰਹੇ ਨੇ, ਕਹਿਣ ਲੱਗੇ ਭਾਈ ਜਦੋਂ ਪਰਮਾਤਮਾ ਦਾ ਆਰਾਧਨ ਕਰਨਾ ਹੈ ਤੇ ਗੁਰਮੁਖਾ ਉਸ ਵੇਲੇ ਇਹ ਅਵਸਥਾ ਬਣਾ, ਇਹ ਬੇਨਤੀ ਕਰ, ਇਹ ਸਤਿਗੁਰਾਂ ਦੇ ਅੱਗੇ ਤਰਲਾ ਕਰ ਵੀ ਮਹਾਰਾਜ ਜੇ ਨਾਮ ਦੀ ਖੈਰ ਪਾਉਂਦੇ ਹੋ, ਮੈਨੂੰ ਨਿਤਨੇਮ ਬਖਸ਼ਿਸ਼ ਕਰ ਦਿਓ। ਅੰਮ੍ਰਿਤ ਵੇਲਾ ਬਖਸ਼ਿਸ਼ ਕੀਤਾ, ਜਿੱਥੇ ਮੈਂ ਤਨ ਕਰਕੇ ਸੰਗਤ ਵਿੱਚ ਬੈਠਾ, ਤਨ ਕਰਕੇ ਸਰੀਰ ਕਰਕੇ ਬਾਣੀ ਪੜ੍ਹਦਾ ਪਿਆ, ਉਥੇ ਮੇਰੇ 'ਤੇ ਇਹ ਵੀ ਕਿਰਪਾ ਕਰੋ ਕਿ ਮੈਂ ਮਨ ਕਰਕੇ ਵੀ ਸੰਗਤ ਵਿੱਚ ਬੈਠਾ, ਮੈਂ ਮਨ ਕਰਕੇ ਵੀ ਗੁਰਬਾਣੀ ਨੂੰ ਪੜ੍ਹ ਲਵਾਂ। ਗੁਰ ਗੋਬਿੰਦ ਸਲਾਹੀਐ ਭਾਈ, ਮਨ ਤਨ ਹਿਰਦੈ ਧਾਰ, ਆਪਣੇ ਹਿਰਦੇ ਵਿੱਚ ਧਾਰਨ ਕਰਕੇ ਉਹ ਜਿਹੜਾ ਗੋਬਿੰਦ ਰੂਪ ਪਰਮਾਤਮਾ ਦਾ ਰੂਪ ਸਤਿਗੁਰੂ ਹਨ, ਉਹਨਾਂ ਕੋਲੋਂ ਉਪਦੇਸ਼ ਲੈ ਕੇ ਆਪਣੇ ਮਨ ਕਰਕੇ ਤੇ ਤਨ ਕਰਕੇ ਭਾਈ ਉਸ ਪਰਮੇਸ਼ਰ ਦੇ ਨਾਮ ਨੂੰ ਜਪ, ਤਾਂ ਕਿ ਤੇਰਾ ਭਲਾ ਹੋ ਜਾਵੇ। ਸਾਚਾ ਸਾਹਿਬ ਮਨ ਵਸੈ ਭਾਈ, ਇਹਾ ਕਰਨੀ ਸਾਰ। ਤਨ ਕਰਕੇ ਤੇ ਮਨ ਕਰਕੇ ਪਰਮੇਸ਼ਰ ਦੇ ਨਾਮ ਨੂੰ ਜਪੇਗਾ, ਫਿਰ ਫਲ ਕੀ ਪ੍ਰਾਪਤ ਹੋਵੇਗਾ? ਉਹ ਪਰਮਾਤਮਾ ਤੇਰੇ ਹਿਰਦੇ ਵਿੱਚ ਵਸ ਜਾਏਗਾ, ਤੇਰੇ ਅੰਦਰ ਵਸ ਜਾਏਗਾ। ਜਿਸ ਤਰ੍ਹਾਂ ਅਸੀਂ ਸੰਸਾਰ ਦੇ ਵਿੱਚ ਰੁੱਖ ਲਾਈਦਾ, ਉਸ ਨੂੰ ਰੁੱਖ ਨੂੰ ਲਾ ਕੇ ਫਿਰ ਉਸ ਨੂੰ ਪਾਣੀ ਪਾਈਦਾ, ਉਸ ਦਾ ਖਿਆਲ ਰੱਖੀਦਾ, ਹੌਲੀ ਹੌਲੀ ਉਹ ਰੁੱਖ ਵੱਡਾ ਹੋ ਜਾਂਦਾ, ਫਿਰ ਉਹ ਸਾਨੂੰ ਛਾਂ ਵੀ ਦਿੰਦਾ, ਸਾਨੂੰ ਉਹ ਫਲ ਵੀ ਦਿੰਦਾ ਹੈ। ਅਤੇ ਕਈ ਤਰ੍ਹਾਂ ਦੀਆਂ ਦਵਾਈਆਂ ਵੀ ਉਹਦੇ ਪੱਤਿਆਂ ਤੋਂ, ਉਹਦੀਆਂ ਜੜ੍ਹਾਂ ਤੋਂ, ਉਹਦੀਆਂ ਟਾਹਣੀਆਂ ਤੋਂ ਬਣ ਜਾਂਦੀਆਂ। ਪਰ ਇਹ ਬਣੀਆਂ ਕਦੋਂ? ਜਦੋਂ ਰੁੱਖ ਨੂੰ ਲਾਇਆ ਗਿਆ, ਜਦੋਂ ਉਹਨੂੰ ਪਾਣੀ ਦੇ ਨਾਲ ਸਿੰਚਿਆ ਗਿਆ, ਜਦੋਂ ਉਹਦੀ ਹਿਫਾਜ਼ਤ ਕੀਤੀ ਗਈ, ਫਿਰ ਉਹ ਰੁੱਖ ਬਣ ਗਿਆ।
ਛਾਂ ਦੇਣ ਦੇ ਯੋਗ ਔਰ ਫਲ ਦੇਣ ਦੇ ਯੋਗ। ਪਾਤਸ਼ਾਹ ਕਹਿਣ ਲੱਗੇ ਇਸੇ ਤਰ੍ਹਾਂ ਭਾਈ ਜਦੋਂ ਸੱਚੇ ਸਾਹਿਬ ਨੂੰ ਮਨ ਵਿੱਚ ਵਸਾਵੇਂਗਾ ਨਾ, ਨਾਮ ਜਪੇਂਗਾ, ਤੇ ਨਾਮ ਜਪਦਿਆਂ ਜਪਦਿਆਂ ਫਿਰ ਅਵਸਥਾ ਬਣ ਜਾਏਗੀ, ਤੇਰਾ ਮਨ ਵੀ ਟਿਕ ਜਾਏਗਾ, ਤੇਰਾ ਤਨ ਵੀ ਟਿਕ ਜਾਏਗਾ। ਜਦੋਂ ਟਿਕ ਗਏ, ਇਹਾ ਕਰਨੀ ਸਾਰ, ਇਹ ਹੈ ਸਾਰਿਆਂ ਤੋਂ ਸ੍ਰੇਸ਼ਟ ਕਰਨੀ, ਇਹ ਹੈ ਸਾਰਿਆਂ ਤੋਂ ਸ੍ਰੇਸ਼ਟ ਕਰਤੱਵ ਕਰਨਾ। ਕੁਝ ਲੋਕ ਆਖਦੇ ਆਹ ਕੰਮ ਮੈਂ ਕੀਤਾ, ਮੇਰੇ ਨਾਮ ਦਾ ਇੱਥੇ ਪੱਥਰ ਲਾ ਦਿਓ, ਮੇਰਾ ਨਾਮ ਇੱਥੇ ਲੱਗਣਾ ਚਾਹੀਦਾ, ਇਹ ਕੰਮ ਮੈਂ ਕਰਵਾਇਆ ਹੈ। ਪਰ ਉਹ ਜਿਹੜਾ ਕੰਮ ਕਰਵਾਇਆ ਕੁਝ ਸਮੇਂ ਵਾਸਤੇ ਦੁਨੀਆ ਯਾਦ ਰੱਖਦੀ, ਫਿਰ ਭੁੱਲ ਜਾਂਦੇ, ਉਸ ਕੰਮ ਨੂੰ ਕਰਾਉਣ ਵਾਲਾ ਕੋਈ ਹੋਰ ਅੱਗੇ ਪੈਦਾ ਹੋ ਜਾਂਦਾ। ਪਰ ਪਾਤਸ਼ਾਹ ਕਹਿੰਦੇ ਸਾਰਿਆਂ ਤੋਂ ਸ੍ਰੇਸ਼ਟ ਕੰਮ ਇਹ ਹੈ ਗੁਰਮੁਖਾ, ਜਿਹੜਾ ਤੂੰ ਪਰਮਾਤਮਾ ਨੂੰ ਪ੍ਰਾਪਤ ਕੀਤਾ ਹੈ, ਜਿਹੜਾ ਤੂੰ ਨਾਮ ਜਪਿਆ ਹੈ, ਇਹਾ ਕਰਨੀ ਸਾਰ, ਇਹ ਕਰਨੀ ਸ੍ਰੇਸ਼ਟ ਹੈ। ਇਹ ਕਰੇਗਾ ਤਾਂ ਤੇਰਾ ਜੀਵਨ ਸਫਲਾ ਹੈ। ਜੇ ਤਨ ਨਾਮ ਨਾ ਉਪਜੈ ਭਾਈ, ਸੇ ਤਨ ਹੋਏ ਸਾਰ। ਜਿਨ੍ਹਾਂ ਸਰੀਰਾਂ ਦੇ ਵਿੱਚ ਨਾਮ ਪੈਦਾ ਨਹੀਂ ਹੁੰਦਾ, ਬਹੁਤ ਥੋੜੀਆਂ ਰੂਹਾਂ ਨੇ, ਬੜੇ ਥੋੜੇ ਉਹ ਸਰੀਰ ਨੇ ਜਿਹੜੇ ਅੰਮ੍ਰਿਤ ਵੇਲੇ ਨਿਤਨੇਮ ਜਾਂ ਵਾਹਿਗੁਰੂ ਮੰਤਰ ਦਾ ਚਿੰਤਨ ਕਰਦੇ, ਜਾਪ ਕਰਦੇ। ਨਹੀਂ ਤੇ ਬਹੁਤਾਤ ਉਹ ਲੋਕ ਨੇ ਜਿਨ੍ਹਾਂ ਨੂੰ ਪਤਾ ਵੀ ਨਹੀਂ ਵੀ ਪਰਮੇਸ਼ਰ ਦਾ ਨਾਮ ਕੀ ਹੁੰਦਾ ਹੈ ਜਾਂ ਗੁਰਬਾਣੀ ਕੀ ਹੁੰਦੀ ਹੈ। ਪਾਤਸ਼ਾਹ ਬਖਸ਼ਿਸ਼ ਕਰਦੇ ਕਹਿਣ ਲੱਗੇ ਜਿਤ ਤਨ ਨਾਮ ਨ ਉਪਜੈ ਭਾਈ। ਐ ਭਾਈ ਭਰਾਵੋ, ਜਿਨ੍ਹਾਂ ਦੇ ਹਿਰਦੇ ਵਿੱਚੋਂ ਨਾਮ ਨਹੀਂ ਨਿਕਲਿਆ, ਜਿਨ੍ਹਾਂ ਨੇ ਨਾਮ ਨਹੀਂ ਜਪਿਆ, ਜਿਨ੍ਹਾਂ ਨੇ ਬਾਣੀ ਨਹੀਂ ਪੜ੍ਹੀ ਹੈ, ਜਿਨ੍ਹਾਂ ਨੇ ਸਿਮਰਨ ਨਹੀਂ ਕੀਤਾ ਹੈ, ਉਹਨਾਂ ਦੀ ਹਾਲਤ ਕਿਹੋ ਜਿਹੀ ਹੈ। ਸੇ ਤਨ ਹੋਏ ਛਾਰ। ਛਾਰ ਤੋਂ ਭਾਵ ਹੁੰਦਾ ਸਵਾ। ਜਿਸ ਤਰ੍ਹਾਂ ਸਵਾ ਨਿਸਫਲ ਹੁੰਦੀ ਹੈ ਨਾ, ਕਿਸੇ ਕੰਮ ਨਹੀਂ ਆਉਂਦੀ, ਇਸੇ ਤਰ੍ਹਾਂ ਉਹਨਾਂ ਮਨਮੁਖਾਂ ਦਾ ਸਰੀਰ ਕਿਸੇ ਕੰਮ ਨਹੀਂ ਆਇਆ। ਮਹਾਰਾਜ ਫਰਮਾਉਂਦੇ ਗੁਰਬਾਣੀ ਦੇ ਅੰਦਰ, ਕਹਿਣ ਲੱਗੇ ਕਿ ਐ ਮਨੁੱਖ ਤੇਰੇ ਨਾਲੋਂ ਪਸ਼ੂ ਚੰਗਾ ਹੈ। ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੈ ਅੰਮ੍ਰਿਤ ਦੇ। ਤੇਰੇ ਨਾਲੋਂ ਪਸ਼ੂ ਵਿੱਚ ਚੰਗੇ ਗੁਣ ਨੇ। ਮਹਾਰਾਜ ਉਹ ਕਿਵੇਂ ਚੰਗੇ ਗੁਣ ਨੇ? ਕਹਿਣ ਲੱਗੇ ਖੜ ਖਾਵੈ। ਖੜ ਖਾਵੈ ਤੋਂ ਭਾਵ ਸੁੱਕੇ ਕੱਖ ਖਾਂਦਾ, ਪੱਤੇ ਖਾ ਕੇ, ਘਾਹ ਖਾ ਕੇ। ਅੰਮ੍ਰਿਤ ਦੇ, ਅੰਮ੍ਰਿਤ ਵਰਗਾ ਮਿੱਠਾ ਦੁੱਧ ਉਹ ਦਿੰਦਾ ਹੈ ਖਾਣ ਵਾਸਤੇ, ਪੀਣ ਵਾਸਤੇ। ਦੁੱਧ ਤੋਂ ਕਈ ਤਰ੍ਹਾਂ ਦੇ ਪਦਾਰਥ ਬਣ ਗਏ, ਪਰ ਨਾਮ ਵਿਹੂਣੇ ਆਦਮੀ, ਇਹ ਨਾਮ ਤੋਂ ਖਾਲੀ ਮਨੁੱਖ ਤ੍ਰਿਗ ਜੀਵਨ। ਤੇਰੇ ਜੀਵਨ ਨੂੰ ਤ੍ਰਿਗਾਕਾਰ ਹੈ, ਤੇਰੇ ਜੀਵਨ ਨੂੰ ਲਾਹਣਤ ਹੈ। ਕਰਮ ਕਰੇ ਜਿਹੜੇ ਤੂੰ ਕਰਮ ਕਰਦਾ ਪਿਆ ਮਨਮੁਖਤਾਈ ਵਾਲੇ, ਇਹਨਾਂ ਨੂੰ ਵੀ ਲਾਹਣਤ ਹੈ। ਤ੍ਰਿਗਾਕਾਰ ਹੈ ਜਨਮ ਨੂੰ, ਤ੍ਰਿਗਾਕਾਰ ਹੈ ਤੇਰੇ ਕੰਮਾਂ ਨੂੰ ਜੇ ਨਾਮ ਨਹੀਂ ਜਪਿਆ। ਤੇਰੇ ਨਾਲੋਂ ਤੇ ਪਸ਼ੂ ਚੰਗਾ ਹੈ ਜਿਹੜਾ ਕੱਖ ਖਾ ਕੇ ਵੀ ਦੁੱਧ ਦਿੰਦਾ ਹੈ, ਫਿਰ ਵੀ ਭਲਾ ਕਰਦਾ ਪਿਆ। ਤੂੰ ਪਰਮਾਤਮਾ ਦੇ ਵੱਲੋਂ ਦਿੱਤੇ ਹੋਏ ਕਈ ਤਰ੍ਹਾਂ ਦੇ ਭੋਜਨ ਛਕ ਕੇ, ਪਦਾਰਥ ਛਕ ਕੇ ਉਹਨੂੰ ਕਦੇ ਸਿਮਰਿਆ ਨਹੀਂ, ਤੇਰੇ ਨਾਲੋਂ ਪਸ਼ੂ ਚੰਗਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਤ ਤਨ ਨਾਮ ਨਾ ਉਪਜੈ ਭਾਈ। ਜਿਨ੍ਹਾਂ ਸਰੀਰਾਂ ਵਿੱਚ ਨਾਮ ਨਹੀਂ ਨਾ ਪੈਦਾ ਹੁੰਦਾ, ਸੇ ਤਨ ਹੋਏ ਛਾਰ। ਉਹ ਜਿਹੜੇ ਤਨ ਸਰੀਰ ਨੇ ਸਵਾਹ ਹੋ ਜਾਂਦੇ ਤੇ ਸਵਾਹ ਵਾਂਗੂ ਨਿਸਫਲ ਚਲੇ ਜਾਂਦੇ, ਉਹ ਕਿਸੇ ਕੰਮ ਨਹੀਂ ਆਏ। ਸੋ ਫਰੀਦਾ ਜਿਨ ਲੋਇਨ ਜਗ ਮੋਹਿਆ, ਸੇ ਲੋਇਨ ਮੈਂ ਡਿਠ। ਸੋ ਕੱਜਲ ਰੇਖ ਨਾ ਸਹਿੰਦਿਆਂ, ਸੇ ਪੰਖੀ ਸੂਏ ਬਹਿਠ। ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ ਜਿਹੜੀਆਂ ਸੋਹਣੀਆਂ ਸੋਹਣੀਆਂ ਅੱਖਾਂ ਦੁਨੀਆ ਨੂੰ ਮੋਹ ਲੈਂਦੀਆਂ, ਜਿਹੜੇ ਸੋਹਣੇ ਸੋਹਣੇ ਸਰੀਰ ਦੁਨੀਆ ਨੂੰ ਮੋਹ ਕੇ ਆਪਣੇ ਵੱਲ ਖਿੱਚ ਲੈਂਦੇ ਸਨ, ਪਰ ਉਹ ਸੋਹਣੇ ਸਰੀਰਾਂ ਦਾ, ਉਹਨਾਂ ਸੋਹਣੇ ਨੇਤਰਾਂ ਦਾ ਕੀ ਬਣਿਆ? ਰੱਬ ਦੇ ਨਾਮ ਨੂੰ ਚੇਤੇ ਨਹੀਂ ਕੀਤਾ। ਜਦੋਂ ਉਸ ਤਨ ਨੂੰ ਕਿਸੇ ਨੇ ਲਿਜਾ ਕੇ ਜੰਗਲ ਵਿੱਚ ਸੁੱਟ ਦਿੱਤਾ ਵੀ ਇਹ ਤੇ ਅਪਵਿੱਤਰ ਹੈ, ਇਹ ਤੇ ਵੇਸਵਾ ਹੈ, ਇਹ ਤੇ ਕੁਕਰਮ ਕਰਦੀ ਰਹੀ ਹੈ, ਉਹਨਾਂ ਸੋਹਣੇ ਨੇਤਰਾਂ ਨੂੰ ਤੇ ਪੰਛੀਆਂ ਨੇ ਖਾ ਲਿਆ। ਪਰ ਸੋਹਣੇ ਨੇਤਰਾਂ ਦੀ ਥਾਂ ਤੇ ਉੱਥੇ ਪੰਛੀਆਂ ਨੇ ਆਪਣੇ ਆਲ੍ਹਣੇ ਬਣਾ ਲਏ, ਕਿਸੇ ਨੇ ਆਂਡੇ ਬਣਾ ਲਏ, ਕਿਸੇ ਨੇ ਆਪਣਾ ਆਲ੍ਹਣਾ ਬਣਾ ਲਿਆ। ਕਹਿਣ ਲੱਗਾ ਇਹ ਸੋਹਣੀਆਂ ਅੱਖਾਂ ਵਾਲਿਆ, ਇਹ ਸੋਹਣੇ ਤਨ ਵਾਲਿਆ, ਅੰਤ ਨੂੰ ਇਹ ਹਾਲਤ ਹੋ ਜਾਣੀ ਹੈ। ਇਸ ਕਰਕੇ ਭਾਈ ਇਸ ਤਨ ਦੇ ਨਾਲ ਨਾਮ ਜਪੇਂਗਾ ਤੇ ਤਨ ਸਫਲਾ ਹੈ, ਨਹੀਂ ਜਪੇਂਗਾ ਸੇ ਤਨ ਹੋਏ ਛਾਰ। ਇਹ ਸਵਾਹ ਦੇ ਵਾਂਗ ਸਰੀਰ ਨਿਸਫਲ ਚਲੇ ਜਾਣ ਵਾਲਾ ਹੈ। ਸਾਧ ਸੰਗਤ ਕੋ ਵਾਰਿਆ ਭਾਈ, ਜਿਨ ਏਕੰਕਾਰ ਆਧਾਰ। ਸਤ ਸੰਗਤ ਤੋਂ ਬਲਿਹਾਰ ਜਾਈਏ। ਜਿੱਥੇ ਆਪ ਜੀ ਬੈਠੇ ਹੋ ਨਾ ਆ ਕੇ, ਇਹ ਗੁਰੂ ਕੀ ਸਤ ਸੰਗਤ ਹੈ, ਇਹਦੇ ਤੋਂ ਬਲਿਹਾਰ ਜਾਈਏ, ਕੁਰਬਾਨ ਸਦਕੇ ਜਾਈਏ। ਜਿਸ ਸਤ ਸੰਗਤ ਦਾ ਆਧਾਰ ਆਸਰਾ ਕਹੀਏ ਪਰਮੇਸ਼ਰ ਦਾ ਨਾਮ ਹੈ। ਸੋ ਵੱਡ ਭਾਗੀ ਹਰ ਸੰਗਤ ਪਾਵੈ। ਵੱਡਿਆਂ ਭਾਗਾਂ ਨਾਲ ਸੰਗਤ ਪ੍ਰਾਪਤ ਹੋਈ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ।
ਪਰਮੇਸ਼ਰ ਇਹਦੇ ਵਿੱਚ ਵਸਦਾ। ਸੰਗਤ ਨੂੰ ਪਰਮੇਸ਼ਰ ਦਾ ਆਸਰਾ ਹੈ। ਸੋਈ ਸੱਚ ਆਰਾਧਨਾ ਭਾਈ, ਜਿਸ ਤੇ ਸਭ ਕਿਛ ਹੋਏ। ਉਸ ਸੱਚ ਸਰੂਪ ਪਰਮਾਤਮਾ ਨੂੰ ਆਰਾਧਨਾ ਕਰ, ਯਾਦ ਕਰ। ਕਿਉਂ ਯਾਦ ਕਰ? ਕਿਉਂਕਿ ਉਸ ਪਰਮੇਸ਼ਰ ਤੋਂ ਸਭ ਕੁਝ ਹੋ ਰਿਹਾ ਹੈ। ਸਭ ਕੁਝ ਉਹ ਕਰਨ ਵਾਲਾ ਹੈ, ਸਾਰਿਆਂ ਨੂੰ ਬਣਾਉਣ ਵਾਲਾ, ਸਾਰਿਆਂ ਨੂੰ ਦੇਣ ਵਾਲਾ ਹੈ। ਜੋ ਕੁਛ ਕਰਨਾ ਸੋ ਕਰ ਰਿਹਾ, ਜੋ ਉਹਨੇ ਕਰਨਾ ਉਹ ਕਰਕੇ ਹਟਦਾ ਹੈ। ਸਾਰਾ ਕੁਝ ਉਹਦੇ ਹੱਥ ਵਿੱਚ ਹੈ। ਮਹਾਰਾਜ ਕਹਿਣ ਲੱਗੇ ਸੋਈ ਸੱਚ ਆਰਾਧਨਾ ਪਾਈ। ਉਹ ਸੱਚੇ ਪਰਮਾਤਮਾ ਨੂੰ ਆਰਾਧਨਾ ਕਰ, ਯਾਦ ਕਰ, ਜਿਸ ਤੇ ਸਭ ਕੁਛ ਹੋਏ, ਜਿਸ ਤੋਂ ਸਭ ਕੁਝ ਹੁੰਦਾ ਹੈ। ਗੁਰਪੁਰੇ ਜਣਾਇਆ ਭਾਈ, ਤਿਸ ਬਿਨ ਅਵਰ ਨਾ ਕੋਏ। ਪਰ ਇਹ ਦਾਤ ਜਿਹੜੀ ਹੈ ਨਾ ਪੂਰਿਆਂ ਗੁਰਾਂ ਕੋਲੋਂ ਜਨਾਈ ਜਾਣੀ ਹੈ। ਕਈ ਵਾਰੀ ਸਾਡੇ ਮਨ ਵਿੱਚ ਇਹ ਸਵਾਲ ਪੈਦਾ ਹੋ ਜਾਂਦਾ ਹੈ ਵੀ ਨਾਮ ਤੇ ਪਰਮੇਸ਼ਰ ਦਾ ਜਪਣਾ ਹੈ, ਫਿਰ ਗੁਰੂ ਕੋਲ ਕੀ ਲੈਣ ਜਾਣਾ ਹੈ, ਜਾਂ ਗੁਰੂ ਧਾਰਨ ਕਰਨ ਦੀ ਕੀ ਲੋੜ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੁਰੂ ਧਾਰਨ ਤਾਂ ਕਰੀਦਾ, ਗੁਰੂ ਦੇ ਕੋਲ ਚੱਲ ਕੇ ਤਾਂ ਜਾਈਦਾ, ਕਿਉਂਕਿ ਗੁਰੂ ਐਸਾ ਹੈ ਗੁਰ ਪੂਰੇ ਜਨਾਇਆ ਪਾਈ। ਪੂਰੇ ਗੁਰੂ ਨੇ ਦੱਸਣਾ ਹੈ ਵੀ ਨਾਮ ਦੀ ਮਹਿਮਾ ਕੀ ਹੈ। ਪੂਰੇ ਗੁਰੂ ਨੇ ਤਰੀਕਾ ਦੱਸਣਾ ਵੀ ਨਾਮ ਕਿਵੇਂ ਜਪਿਆ ਜਾਂਦਾ ਹੈ। ਤਾਂ ਆਪਾਂ ਗੁਰੂ ਕੋਲ ਚੱਲ ਕੇ ਆਉਣੇ ਆ। ਮੱਥਾ ਕਿਵੇਂ ਟੇਕਣਾ, ਸੰਗਤ ਵਿੱਚ ਕਿਵੇਂ ਬੈਠਣਾ, ਨਾਮ ਕਿਵੇਂ ਜਪਣਾ, ਅੱਗੇ ਪ੍ਰਾਪਤੀ ਕਿਵੇਂ ਹੋਵੇਗੀ। ਇਹ ਸਾਰੇ ਜਿਹੜੇ ਗੁਣ ਗਿਆਨ ਹਨ ਇਹ ਗੁਰੂ ਦੇ ਕੋਲੋਂ ਪ੍ਰਾਪਤ ਹੋਣੇ, ਤਾਂ ਅਸੀਂ ਗੁਰੂ ਕੋਲ ਚੱਲ ਕੇ ਆਏ ਆ। ਗੁਰ ਪੂਰੇ ਜਨਾਇਆ ਭਾਈ। ਇਹ ਭਾਈ ਭਰਾਵੋ, ਪੂਰਿਆਂ ਗੁਰਾਂ ਨੇ ਇਹ ਸੋਝੀ ਦੇ ਦਿੱਤੀ, ਇਹ ਗਿਆਨ ਦੇ ਦਿੱਤਾ, ਇਹ ਬਖਸ਼ਿਸ਼ ਦੇ ਦਿੱਤੀ। ਅਤੇ ਉਸ ਬਖਸ਼ਿਸ਼ ਦੇ ਨਾਲ ਤਿਸ ਬਿਨ ਅਵਰ ਨਾ ਕੋਏ, ਇਹ ਗੱਲ ਸਮਝ ਆ ਗਈ ਵੀ ਪਰਮੇਸ਼ਰ ਤੋਂ ਬਿਨਾ ਕੋਈ ਦੂਜਾ ਹੈ ਹੀ ਨਹੀਂ ਹੈ, ਉਹਦੇ ਤੋਂ ਬਿਨਾ ਕੋਈ ਦੂਜਾ ਨਹੀਂ। ਇਸ ਗੱਲ ਦੀ ਸਮਝ ਉਦੋਂ ਪਈ ਜਦੋਂ ਪੂਰੇ ਗੁਰੂ ਨੇ ਕਿਰਪਾ ਕੀਤੀ ਹੈ। ਰਹਾਓ ਨਾਮ ਵਿਹੋਣੇ ਪਚ ਮੂਏ ਭਾਈ, ਗਣਤ ਨਾ ਜਾਏ ਗਣੀ। ਜਿਹੜੇ ਨਾਮ ਤੋਂ ਖਾਲੀ ਨੇ, ਅਸੀਂ ਦੁਨੀਆ ਵਿੱਚ ਕੀ ਕਰਦੇ ਹਾਂ, ਅਸੀਂ ਗਿਣਤੀ ਵੇਖਦੇ ਹਾਂ। ਇਸ ਪਾਸੇ ਗਿਣਤੀ ਜ਼ਿਆਦਾ ਹੈ, ਅਸੀਂ ਛਾਲ ਮਾਰ ਕੇ ਉਸ ਪਾਸੇ ਹੋ ਗਏ। ਸਾਡੇ ਮਨ ਵਿੱਚ ਵਿਚਾਰ ਇਹ ਆ ਜਾਂਦਾ ਹੈ ਵੀ ਇਹ ਸਾਰੇ ਲੋਕ ਕਮਲੇ ਨਹੀਂ, ਇਹ ਮੂਰਖ ਨਹੀਂ। ਜੇ ਜ਼ਿਆਦੇ ਲੋਕ ਇੱਧਰ ਨੇ, ਗਿਣਤੀ ਜ਼ਿਆਦਾ ਇੱਧਰ ਹੈ, ਤੇ ਇਹਦਾ ਮਤਲਬ ਇਹ ਹੈ ਵੀ ਇਹ ਸਹੀ ਕੰਮ ਕਰਦੇ ਪਏ। ਦੂਜੇ ਪਾਸੇ ਗਿਣਤੀ ਘੱਟ ਹੈ, ਅਸੀਂ ਜਾਣ ਲਿਆ ਵੀ ਇਹ ਕੰਮ ਠੀਕ ਨਹੀਂ ਕਰਦੇ ਪਏ। ਮਹਾਰਾਜ ਕਹਿਣ ਲੱਗੇ ਬਹੁਤਿਆਂ ਦੀ ਗਿਣਤੀ ਵੇਖ ਕੇ ਉਧਰ ਨਾ ਹੋ ਜਾ ਵੀ ਇਹ ਠੀਕ ਹੀ ਕਰਮ ਕਰਦੇ ਪਏ। ਬਹੁਤਿਆਂ ਦੀ ਗਿਣਤੀ ਜਿਹੜੀ ਹੈ, ਨਾਮ ਵਿਹੂਣੇ ਪਚ ਮੂਏ, ਨਾਮ ਤੋਂ ਖਾਲੀ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ। ਉਹ ਪਚ ਕਹੀਏ ਦੁਖੀ ਹੋ ਕੇ ਦੁਨੀਆ ਤੋਂ ਮਰ ਕੇ ਗਏ। ਗਣਤ ਨਾ ਜਾਏ ਗਣੀ, ਇਸ ਗੱਲ ਦੀ ਗਿਣਤੀ ਨਹੀਂ ਗਿਣੀ ਜਾ ਸਕਦੀ ਹੈ, ਉਹਨਾਂ ਦੀ ਗਿਣਤੀ ਕੀਤੀ ਨਹੀਂ ਜਾ ਸਕਦੀ। ਨਾਮ ਤੋਂ ਖਾਲੀ ਜਿਹੜੇ ਗਏ ਦੁਨੀਆ ਤੋਂ, ਉਹਨਾਂ ਦੀ ਗਿਣਤੀ ਕੋਈ ਨਹੀਂ ਹੈ ਵੀ ਕਿੰਨੇ ਕੁ ਸਨ। ਇਸ ਕਰਕੇ ਗਿਣਤੀ ਵਾਲੇ ਪਾਸੇ ਨਾ ਪਏ। ਬਹੁਤੀ ਗਿਣਤੀ ਵਾਲਾ ਸੱਚਾ ਨਹੀਂ ਹੋ ਸਕਦਾ। ਬਹੁਤੀ ਗਿਣਤੀ ਵਾਲਾ ਇਹ ਨਹੀਂ ਕਹਿ ਸਕਦਾ ਕਿ ਮੈਂ ਠੀਕ ਹਾਂ। ਇਹ ਦੁਨੀਆ ਵਿੱਚ ਇੱਕ ਸੋਚ ਬਣ ਗਈ, ਇੱਕ ਵਿਚਾਰ ਬਣ ਗਈ, ਇਸ ਪਾਸੇ ਗਿਣਤੀ ਜ਼ਿਆਦਾ, ਮੈਂ ਵੀ ਇਸੇ ਪਾਸੇ ਚੱਲ ਪਵਾਂ। ਪਾਤਸ਼ਾਹ ਕਹਿਣ ਲੱਗੇ ਗਣਤ ਨਾ ਜਾਏ ਗਣੀ, ਉਹਨਾਂ ਲੋਕਾਂ ਦੀ ਗਣਤ ਗਿਣਤੀ ਨਾ ਜਾਏ ਗਣੀ ਕੀਤੀ ਨਹੀਂ ਜਾ ਸਕਦੀ। ਕਿਹੜੇ? ਜਿਹੜੇ ਨਾਮ ਨੂੰ ਛੱਡ ਕੇ ਪਚ ਮੂਏ, ਪਚ ਕਹੀਏ ਦੁਖੀ ਹੋ ਕੇ, ਤੜਫ ਤੜਫ ਕੇ ਮਰ ਕੇ ਦੁਨੀਆ ਤੋਂ ਚਲੇ ਗਏ। ਉਹਨਾਂ ਦੀ ਗਿਣਤੀ ਕੋਈ ਨਹੀਂ ਹੋਇਆ ਬੰਦਿਆ, ਪਰ ਨਾਮ ਜਪਣ ਵਾਲੇ ਬੜੇ ਥੋੜੇ। ਕੋਟਨ ਮੈਂ ਨਾਨਕ ਕਉ ਨਾਰਾਇਣ ਜਹ ਚੀਤ। ਉਹ ਜਪਣ ਵਾਲੇ ਤੇ ਕਰੋੜਾਂ ਵਿੱਚ ਕੋਈ ਵਿਰਲੇ, ਪਰ ਨਾ ਜਪਣ ਵਾਲੇ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਉਹ ਕਿੰਨੇ ਕੁ ਦੁਨੀਆ ਤੇ ਜੰਮ ਕੇ ਆਏ, ਕਿੰਨੇ ਕੁ ਮਰ ਕੇ ਦੁਨੀਆ ਤੋਂ ਚਲੇ ਗਏ, ਉਹਨਾਂ ਦੀ ਗਿਣਤੀ ਕੋਈ ਨਹੀਂ ਹੈ। ਵਿਨ ਸੱਚ ਸੋਚ ਨਾ ਪਾਈਏ ਭਾਈ, ਸਾਚਾ ਗਮ ਧਣੀ। ਬਿਨਾ ਪਰਮੇਸ਼ਰ ਦੇ ਨਾਮ ਜਪੇ ਤੋਂ ਸੋਚ ਕਹੀਏ ਵਿਚਾਰ ਪੈਦਾ ਨਹੀਂ ਹੁੰਦੇ। ਵਿਚਾਰ ਵੀ ਚੰਗੀ ਉਦੋਂ ਪੈਦਾ ਹੋਵੇਗੀ ਜਦੋਂ ਤੇਰੇ ਕੋਲ ਨਾਮ ਹੋਵੇਗਾ, ਕਿਉਂਕਿ ਨਾਮ ਹਰੇਕ ਚੀਜ਼ ਦੀ ਜੜ ਹੈ। ਜਿੰਨਾ ਚਿਰ ਜੜ ਨਹੀਂ ਉਹਨਾਂ ਚਿਰ ਰੁੱਖ ਨਹੀਂ, ਜਿੰਨਾ ਚਿਰ ਰੁੱਖ ਨਹੀਂ ਨਾ ਫੁੱਲ ਨਾ ਪੱਤੇ ਨਾ ਫਲ, ਕੁਝ ਪ੍ਰਾਪਤ ਨਹੀਂ ਹੋਵੇਗਾ। ਪਰਮਾਤਮਾ ਦਾ ਨਾਮ ਜੜ ਹੈ। ਜਦੋਂ ਇਸ ਨਾਮ ਨੂੰ ਆਪਣੇ ਅੰਦਰ ਬੀਜੇਗਾ ਨਾ, ਤੇ ਫਿਰ ਸ਼ੁਭ ਗੁਣਾਂ ਦੇ ਅੰਦਰ ਤੇਰੇ ਪੈਦਾ ਹੋਣਗੇ। ਇਹ ਫੁੱਲ ਇਹ ਫਲ ਸ਼ੁਭ ਗੁਣ ਬਣ ਜਾਣਗੇ। ਪਾਤਸ਼ਾਹ ਕਹਿਣ ਲੱਗੇ ਭਾਈ ਬਚਨ ਇਹ ਹੈ, ਪੂਰਿਆਂ ਗੁਰਾਂ ਨੇ ਇਹ ਦੱਸ ਦਿੱਤਾ ਕਿ ਨਾਮ ਜਪ। ਜਦੋਂ ਨਾਮ ਜਪੇਗਾ ਫਿਰ ਉਸ ਵੇਲੇ ਸੋਚ ਪੈਦਾ ਹੋਵੇਗੀ, ਵਿਚਾਰ ਪੈਦਾ ਹੋਵੇਗੀ, ਫਿਰ ਜਾਣੇਗਾ ਵੀ ਪਰਮੇਸ਼ਰ ਨੂੰ ਪ੍ਰਾਪਤ ਕਿਵੇਂ ਕਰੀਦਾ।
ਉਹਨਾਂ ਚਿਰ ਸ਼ੁਭ ਵਿਚਾਰ ਪੈਦਾ ਹੋਣਾ ਹੀ ਨਹੀਂ ਜਿੰਨਾ ਚਿਰ ਤੇਰੇ ਕੋਲ ਬੰਦਗੀ ਨਹੀਂ ਹੈ, ਤੇਰੇ ਕੋਲ ਭਗਤੀ ਨਹੀਂ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਵਿਨ ਸੱਚ ਸੋਚ ਨਾ ਪਾਈਐ ਭਾਈ, ਬਿਨਾ ਸੱਚੇ ਨਾਮ ਜਪੇ ਤੋਂ ਸੋਚ ਨਾ ਪਾਈਐ। ਪ੍ਰਮਾਤਮਾ ਦੀ ਵਿਚਾਰ ਪੈਦਾ ਹੋਣੀ ਨਹੀਂ ਹੈ ਤੇਰੇ ਅੰਦਰ। ਉਹ ਉਦੋਂ ਹੋਣੀ ਹੈ ਜਦੋਂ ਤੇਰੇ ਕੋਲ ਨਿਤਨੇਮ ਹੋਵੇਗਾ, ਸਿਮਰਨ ਹੋਵੇਗਾ। ਸਾਚਾ ਅਗਮ ਧਨੀ, ਉਹ ਪਰਮਾਤਮਾ ਮਨ ਦੀ ਗਮਤਾ ਤੋਂ ਪਰੇ ਐਸਾ ਧਨੀ ਹੈ, ਐਸਾ ਸਮਰੱਥ ਹੈ, ਐਸਾ ਉਹ ਸੱਚਾ ਹੈ ਜਿਸ ਨੂੰ ਜਪ ਕੇ, ਜਿਸ ਨੂੰ ਧਿਆ ਕੇ ਤੂੰ ਵੀ ਗੁਣਾ ਵਾਲਾ ਬਣ ਜਾਂਦਾ ਹੈ। ਆਵਣ ਜਾਣ ਨਾ ਚੁੱਕੇ ਭਾਈ, ਝੂਠੀ ਦੁਨੀ ਮਣੀ। ਭਾਈ ਇਹ ਜਿਹੜੀ ਦੁਨੀਆ ਦੀ ਦੁਨੀ ਮਣੀ ਹੈ ਨਾ, ਇਹ ਦੁਨੀਆ ਝੂਠੀ ਹੈ। ਝੂਠੀ ਦੁਨੀਆ ਦੀ ਮਣੀ ਮਨੌਤ ਇਹ ਵੀ ਝੂਠੀ ਹੈ। ਅਸੀਂ ਦੁਨੀਆ ਦੀ ਮਨੌਤ ਵਿੱਚ ਲੱਗੇ ਹੋਏ ਨਾ, ਫਲਾਣਾ ਕਹਿੰਦਾ ਇਹ ਕਰ ਤੇ ਮੈਂ ਕਰ ਲਵਾਂ, ਜੇ ਮੈਂ ਇਹ ਨਾ ਕੀਤਾ ਮੇਰਾ ਰਿਸ਼ਤੇਦਾਰ ਕੀ ਕਹੇਗਾ, ਮੇਰਾ ਸਾਕ ਸੰਬੰਧੀ ਕੀ ਕਹੇਗਾ। ਅਸੀਂ ਦੁਨੀਆ ਨੂੰ ਮਨਾਉਣ ਵਾਸਤੇ, ਦੁਨੀਆ ਨੂੰ ਖੁਸ਼ ਕਰਨ ਵਾਸਤੇ, ਦੁਨੀਆ ਦੇ ਪਿੱਛੇ ਲੱਗ ਕੇ ਬੜੇ ਕਰਮ ਕਰਦੇ। ਕੁਝ ਕਰਮ ਅਸੀਂ ਕਰਦੇ ਹਾਂ ਸਾਡਾ ਨੱਕ ਉੱਚਾ ਰਹਿ ਜਾਵੇ, ਮੇਰਾ ਨੱਕ ਨਾ ਕਿਤੇ ਨੀਵਾਂ ਹੋ ਜਾਵੇ, ਨੱਕ ਨੂੰ ਉੱਚਾ ਰੱਖਣ ਵਾਸਤੇ ਕਰਮ ਕੀਤੇ। ਕੁਝ ਕਰਮ ਅਸੀਂ ਕੁੜਮਾਂ ਦੇ ਪਿੱਛੇ ਲੱਗ ਕੇ, ਰਿਸ਼ਤੇਦਾਰਾਂ ਦੇ ਪਿੱਛੇ ਲੱਗ ਕੇ, ਦੁਨੀਆ ਵਿੱਚ ਸਾਨੂੰ ਲੋਕ ਕੀ ਕਹਿਣਗੇ ਉਹ ਵੀ ਕੰਮ ਕੀਤੇ। ਮਹਾਰਾਜ ਕਹਿਣ ਲੱਗੇ, ਝੂਠੀ ਦੁਨੀ ਮਣੀ, ਇਹ ਦੁਨੀਆ ਝੂਠੀ ਹੈ। ਝੂਠੀ ਦੁਨੀਆ ਦੀ ਮਨੌਤ ਵੀ ਤੇ ਝੂਠੀ ਹੋਵੇਗੀ, ਸੱਚੀ ਨਹੀਂ ਹੋਵੇਗੀ, ਚੰਗੀ ਨਹੀਂ ਹੋਵੇਗੀ। ਮਾੜੇ ਪਾਸੇ ਪ੍ਰੇਰ ਕੇ ਜ਼ਰੂਰ ਲੈ ਕੇ ਜਾਣਗੇ। ਆਵਣ ਜਾਣ ਨਾ ਚੁੱਕਈ ਭਾਈ, ਫਿਰ ਆਉਣਾ ਜਾਣਾ ਖਤਮ ਨਹੀਂ ਹੋਵੇਗਾ। ਜਦੋਂ ਝੂਠੀ ਮਨੌਤ ਵਿੱਚ ਲੱਗੇਗਾ ਤੇ ਫਿਰ ਆਉਣਾ ਜਾਣਾ ਮੁੱਕੇਗਾ ਨਹੀਂ। ਆਪਾਂ ਇਤਿਹਾਸ ਵਿੱਚ ਬਚਨ ਪੜ੍ਹਦੇ ਹਾਂ, ਗੁਰੂ ਕਾ ਸਿੱਖ ਹੈ ਭਾਈ ਮੰਝ। ਜਦੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਆਖਿਆ ਨਾ, ਭਾਈ ਮੰਝ ਸਿੱਖੀ ਤਾਂ ਮਿਲਣੀ ਹੈ, ਆਪਣੇ ਘਰ ਦੇ ਵਿੱਚੋਂ ਪਹਿਲਾਂ ਮੜੀ ਨੂੰ ਢਾਹ ਜਿਹੜੀ ਤੂੰ ਬਣਾਈ ਹੋਈ ਹੈ। ਤੇ ਭਾਈ ਮੰਝ ਬਚਨ ਮੰਨ ਕੇ ਆਪਣੇ ਇਲਾਕੇ ਹੁਸ਼ਿਆਰਪੁਰ ਦੇ ਵਿੱਚ ਆ ਗਿਆ, ਇਸ ਇਲਾਕੇ ਦਾ ਰਹਿਣ ਵਾਲਾ। ਤੇ ਜਦੋਂ ਹਟਾਉਣ ਲੱਗਾ ਨਾ ਉਸ ਮੜੀ ਨੂੰ, ਸਾਰੇ ਪਿੰਡ ਦੇ ਲੋਕ ਇਕੱਠੇ ਹੋ ਗਏ। ਨਹੀਂ ਨਹੀਂ ਭਾਈ ਮੰਝ, ਇਹ ਤੂੰ ਠੀਕ ਨਹੀਂ ਕਰਨ ਲੱਗਾ। ਇਸ ਪੀਰ ਨੇ, ਇਸ ਮੜੀ ਨੇ ਵੇਖ ਤੈਨੂੰ ਕੀ ਕੁਝ ਨਹੀਂ ਦਿੱਤਾ। ਤੇਰੇ ਕੋਲ ਜ਼ਮੀਨ ਜਾਇਦਾਦ, ਧਨ ਪਦਾਰਥ, ਵਸਤੂਆਂ ਸਾਰਾ ਕੁਝ ਹੀ ਹੈ। ਤੂੰ ਉਸ ਪੀਰ ਦੀ ਜਗ੍ਹਾ ਨੂੰ ਢਾਉਣ ਕਿਉਂ ਲੱਗਾ? ਤੇ ਭਾਈ ਮੰਝ ਜੀ ਕਹਿਣ ਲੱਗੇ, ਗੁਰੂ ਅਰਜਨ ਸਾਹਿਬ ਪਾਤਸ਼ਾਹ ਦਾ ਬਚਨ ਹੈ, ਅਸੀਂ ਤੈਨੂੰ ਸਿੱਖ ਤਾਂ ਬਣਾਵਾਂਗੇ ਜੇ ਤੂੰ ਉਸ ਨੂੰ ਪਹਿਲਾਂ ਛੱਡ ਦੇਵੇਂ। ਤੇ ਕੁਝ ਲੋਕਾਂ ਨੇ ਸਲਾਹ ਦਿੱਤੀ, ਕਹਿਣ ਲੱਗੇ ਤੂੰ ਇਹਨੂੰ ਵੀ ਮੰਨੀ ਚੱਲ, ਇੱਥੇ ਵੀ ਦੀਵਾ ਜਗਾ ਛੱਡਿਆ ਕਰ, ਇੱਥੇ ਵੀ ਪ੍ਰਸ਼ਾਦ ਚੜਾਇਆ ਕਰ, ਗੁਰੂ ਅਰਜਨ ਸਾਹਿਬ ਨੂੰ ਵੀ ਨਾਲ ਨਾਲ ਮੰਨੀ ਚੱਲ, ਜਿਵੇਂ ਕਿ ਅਸੀਂ ਕਰਦੇ ਹਾਂ। ਗੁਰੂ ਦਰਬਾਰ ਵਿੱਚ ਬੈਠੇ ਹਾਂ, ਕਥਾ ਕੀਰਤਨ ਸੁਣਾਂਗੇ, ਪਾਠ ਵੀ ਸੁਣਾਂਗੇ, ਮੱਥਾ ਵੀ ਟੇਕ ਲਵਾਂਗੇ। ਪਰ ਜਦੋਂ ਸਾਨੂੰ ਕਿਸੇ ਨੇ ਕਹਿ ਦਿੱਤਾ ਨਾ ਫਲਾਣੀ ਥਾਂ ਤੇ ਸਿਰ ਘੁਮਾਉਣ ਵਾਲਾ ਬਾਬਾ ਰਹਿੰਦਾ, ਉਹ ਬੜਾ ਕੁਝ ਦਿੰਦਾ, ਅਸੀਂ ਦੌੜ ਕੇ ਉਧਰ ਨੂੰ ਵੀ ਜਾਵਾਂਗੇ ਵੀ ਠੀਕ ਹੈ, ਉਹ ਸਿਰ ਘੁਮਾਉਣ ਵਾਲੇ ਕੋਲ ਜਾਈਏ, ਉੱਥੇ ਬੜਾ ਕੁਝ ਮਿਲੇਗਾ। ਲੋਕ ਭੂਤਾਂ ਪ੍ਰੇਤਾਂ ਦੀ ਪੂਜਾ ਵਾਲੇ ਪਾਸੇ, ਮੜੀਆਂ ਮਸਾਣਾਂ ਦੀ ਪੂਜਾ ਵਾਲੇ ਪਾਸੇ ਦੌੜੇ ਫਿਰਦੇ। ਭਾਈ ਮੰਝ ਜੀ ਨੂੰ ਵੀ ਸਿਆਣੇ ਲੋਕਾਂ ਨੇ ਸਲਾਹ ਦਿੱਤੀ, ਕਹਿਣ ਲੱਗੇ ਵੀ ਗੁਰੂ ਅਰਜਨ ਸਾਹਿਬ ਨੂੰ ਵੀ ਮੰਨੀ ਚੱਲ, ਇਸ ਮੜੀ ਨੂੰ ਵੀ ਮੰਨੀ ਚੱਲ। ਕਿਹੜਾ ਗੁਰੂ ਅਰਜਨ ਸਾਹਿਬ ਨੂੰ ਪਤਾ ਲੱਗਣ ਲੱਗਾ। ਤੇ ਭਾਈ ਮੰਝ ਜੀ ਸਮਝ ਗਿਆ ਵੀ ਝੂਠੀ ਦੁਨੀ ਮਣੀ, ਇਹ ਦੁਨੀਆ ਦੇ ਲੋਕ ਝੂਠੇ, ਇਹਨਾਂ ਦੀ ਮਨੌਤ, ਇਹਨਾਂ ਦੀ ਸਲਾਹ ਵੀ ਝੂਠੀ ਹੈ। ਇਹ ਮੈਨੂੰ ਗੁਰੂ ਤੋਂ ਦੂਰ ਲੈ ਕੇ ਜਾਣ ਦੀ ਗੱਲ ਕਰਦੇ। ਨਹੀਂ ਮੰਨਿਆ ਬਚਨ, ਕਹਿਣ ਲੱਗੇ ਨਾ ਭਾਈ ਇਹ ਨਹੀਂ ਹੋਵੇਗਾ, ਮੈਂ ਤੇ ਗੁਰੂ ਨੂੰ ਬਚਨ ਦੇ ਦਿੱਤਾ, ਹੁਣ ਤੇ ਗੁਰੂ ਦਾ ਹੀ ਬੰਨਾ ਹੈ। ਕਹਿਣ ਲੱਗੇ ਉਹ ਮੜੀ ਨੂੰ ਢਾਇਆ ਗਿਆ। ਰੋਕਣ ਵਾਲਾ ਸਾਰਾ ਪਿੰਡ ਹੈ, ਲੋਕ ਰੋਕਣ ਵਾਲੇ ਸਾਰੇ ਰਿਸ਼ਤੇਦਾਰ ਨੇ, ਸਾਕ ਸੰਬੰਧੀ ਆ ਗਏ, ਨਾਨਕੇ ਦਾਦਕੇ ਆ ਗਏ। ਭਾਈ ਮੰਝ ਇਹ ਕੀ ਕਰਦਾ ਪਿਆ? ਨਹੀਂ ਪਰਵਾਹ ਕੀਤੀ ਰਿਸ਼ਤੇਦਾਰ ਦੀ, ਨਾਨਕੇ ਦਾਦਕੇ ਦੀ, ਨਹੀਂ ਪਰਵਾਹ ਕੀਤੀ ਦੁਨੀਆ ਦੀ ਲੋਕ ਕੀ ਕਹਿਣਗੇ, ਕਿਉਂਕਿ ਸਮਝ ਪੈ ਗਈ ਝੂਠੀ ਦੁਨੀ ਮਣੀ, ਇਹ ਝੂਠੀ ਦੁਨੀਆ ਦੀ ਮਨੌਤ ਵੀ ਝੂਠੀ ਹੈ। ਮੈਂ ਤੇ ਝੂਠੇ ਪਾਸੇ ਲੱਗਾ ਹੋਇਆ। ਮੜੀ ਨੂੰ ਪੱਟ ਕੇ ਬਾਹਰ ਸੁੱਟਿਆ, ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਕੋਲ ਚਲੇ ਗਿਆ। ਮਹਾਰਾਜ ਦੇ ਕੋਲੋਂ ਸੇਵਾ ਲੈ ਕੇ ਸੇਵਾ ਵਿੱਚ ਲੱਗਾ। ਸਾਖੀ ਬੜੀ ਲੰਮੇਰੀ ਹੈ, ਆਪਾਂ ਸਰਵਣ ਵੀ ਕੀਤੀ ਹੈ। ਗੁਰੂ ਅਰਜਨ ਸਾਹਿਬ ਪਾਤਸ਼ਾਹ ਦੀ ਸੇਵਾ ਕਰਕੇ ਇੰਨਾ ਖੁਸ਼ ਕੀਤਾ ਵੀ ਮਹਾਰਾਜ ਨੇ ਆਖਿਆ ਤੂੰ ਗੁਰੂ ਕਾ ਜਹਾਜ਼ ਬਣ ਗਿਆ। ਤੇ ਜਹਾਜ਼ ਦਾ ਕੰਮ ਹੁੰਦਾ, ਜਿੰਨੇ ਉਹਦੇ ਵਿੱਚ ਸਵਾਰ ਹੋ ਜਾਣ ਉਹਨਾਂ ਨੂੰ ਉਹ ਬੰਨੇ ਲਾ ਦਿੰਦਾ, ਉਹਨਾਂ ਨੂੰ ਮੰਜ਼ਿਲ 'ਤੇ ਪਹੁੰਚਾ ਦਿੰਦਾ। ਭਾਈ ਮੰਝ ਮੰਜ਼ਿਲ 'ਤੇ ਇਕੱਲਾ ਆਪ ਨਹੀਂ ਪਹੁੰਚਿਆ, ਆਪਣੀ ਸੰਗਤ ਦੇ ਕੇ ਪਤਾ ਨਹੀਂ ਕਿੰਨਿਆਂ ਕੁ ਨੂੰ ਮੰਜ਼ਿਲ 'ਤੇ ਲੈ ਗਿਆ, ਕਿੰਨਿਆਂ ਕੁ ਨੂੰ ਮੁਕਤ ਉਸਨੇ ਕਰ ਦਿੱਤਾ, ਕਿਉਂਕਿ ਉਹ ਗੁਰੂ ਦੇ ਬਚਨ ਦੇ ਮਗਰ, ਗੁਰੂ ਦੇ ਕਹਿਣੇ ਦੇ ਮੁਤਾਬਕ ਚੱਲਿਆ। ਮਹਾਰਾਜ ਕਹਿਣ ਲੱਗੇ ਝੂਠੀ ਦੁਨੀ ਮਣੀ, ਬੰਦਿਆ ਇਹ ਦੁਨੀਆ ਝੂਠੀ ਹੈ, ਦੁਨੀਆ ਦੀ ਮਨੌਤ ਵੀ ਝੂਠੀ ਹੈ, ਇਹਦੇ ਪਿੱਛੇ ਨਾ ਲੱਗਿਆ ਕਰ। ਆਵਣ ਜਾਣ ਨਾ ਚੁੱਕਈ, ਜੇ ਲੱਗੇਗਾ ਪਿੱਛੇ ਫਿਰ ਕੀ ਹੋਵੇਗਾ?
ਮਹਾਰਾਜ ਕਹਿੰਦੇ ਨਾ ਆ ਕੇ ਜੰਮ ਕੇ ਆਉਣਾ, ਨਾ ਮਰ ਕੇ ਜਾਣਾ, ਇਹ ਕਦੇ ਮੁੱਕੇਗਾ ਹੀ ਨਹੀਂ। ਇਹ ਨਾ ਸੋਚ ਵੀ ਆ ਜਨਮ ਲੈ ਲਿਆ ਤੇ ਅੱਗੇ ਮੇਰਾ ਖਾਤਮਾ ਹੋ ਗਿਆ, ਨਹੀਂ। ਇਹ ਤੇ ਵਾਰ-ਵਾਰ ਕੋਲੂ ਚਰਖਾ ਚੱਕੀ ਚੱਕ ਥਾਰ ਵਰੋਲੇ ਬਹੁਤ ਅਨੰਤ ਲਾਟੂ ਮਾਧਾਨੀਆਂ ਨਗਾ ਪੰਖੀ ਪਾਉਂਦੀਆਂ ਲੈ ਨਾ ਸਾਹ ਸੂਐ ਚਾੜ ਭਵਾਈਐ ਜੰਤ ਨਾਨਕ ਪਾਉਂਦਿਆਂ ਗਣਤ ਨਾ ਅਨੰਤ। ਪੱਖਾ ਚੱਲਦਾ ਪਿਆ, ਪਤਾ ਨਹੀਂ ਕਿੰਨੇ ਕੁ ਗੇੜੇ ਕੱਢੇਗਾ, ਚੱਕੀਆਂ ਲਾਟੂ ਮਧਾਨੀਆਂ ਬੜਾ ਕੁਝ ਚੱਲਦਾ ਘੁੰਮਦਾ, ਉਹਨਾਂ ਦਾ ਅੰਤ ਕੋਈ ਨਹੀਂ, ਕਿੰਨੇ ਕੁ ਗੇੜੇ ਉਹਨਾਂ ਨੇ ਲੈਣੇ ਨੇ। ਇਸੇ ਤਰ੍ਹਾਂ ਬੰਦਿਆ ਤੇਰੇ ਜਨਮਾਂ ਦਾ ਵੀ ਕੋਈ ਅੰਤ ਨਹੀਂ, ਕਿੰਨੇ ਕੁ ਜਨਮਾਂ ਵਿੱਚ ਆਉਣਾ, ਪਰ ਆਉਣਾ ਉਹਨਾਂ ਨੂੰ ਪੈਣਾ ਜਿਹੜੇ ਝੂਠੇ ਦੁਨੀਆ ਦੀ ਮਨੌਤ ਵਿੱਚ ਲੱਗ ਕੇ ਪਰਮੇਸ਼ਰ ਦੇ ਨਾਮ ਨੂੰ ਛੱਡਿਆ। ਆਵਣ ਜਾਣ ਨਾ ਚੁੱਕਈ, ਉਹਨਾਂ ਦਾ ਆਉਣਾ ਜਾਣਾ ਖਤਮ ਨਹੀਂ ਹੁੰਦਾ ਹੈ। ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਮੈ ਏਕ ਕਣੀ। ਪਰ ਜਿਹੜੇ ਗੁਰਮੁਖ ਨੇ ਉਹ ਸੰਸਾਰ ਤੋਂ ਪਾਰ ਹੋ ਜਾਂਦੇ। ਕਿਵੇਂ ਹੋ ਜਾਂਦੇ? ਦੇ ਨਾਵੈ, ਉਹ ਗੁਰੂ ਦੇ ਕੋਲ ਆਉਂਦੇ, ਗੁਰੂ ਨੂੰ ਆ ਕੇ ਬੇਨਤੀ ਕਰਦੇ ਮਹਾਰਾਜ ਨਾਮ ਦੀ ਜਿਹੜੀ ਦਾਤ ਹੈ ਕਿਣਕਾ ਮੇਰੀ ਝੋਲੀ ਪਾ ਦਿਓ। ਤੇ ਸਤਿਗੁਰੂ ਪਾਤਸ਼ਾਹ ਫਿਰ ਨਾਮ ਦੀ ਕਣੀ, ਥੋੜਾ ਜਿਹਾ ਨਾਮ, ਰੰਚਕ ਮਾਤਰ ਥੋੜਾ ਜਿਹਾ ਨਾਮ ਉਹਦੀ ਖੈਰ ਪਾ ਦਿੰਦੇ। ਜਿਵੇਂ ਆਪਾਂ ਬਚਨ ਪੜ੍ਹਦੇ ਹਾਂ ਸਤਿਗੁਰੂ ਪਾਤਸ਼ਾਹ ਜੀਆਂ ਦਾ, ਕਿਨਕਾ ਏਕ ਜਿਸ ਜੀ ਬਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ। ਨਾਮ ਬੜਾ ਵੱਡਾ ਹੈ, ਕਿਨਕਾ ਮਾਤਰ ਵੀ ਖੈਰ ਪੈ ਗਈ ਤੇ ਮਹਿਮਾ ਬੇਅੰਤ ਹੋ ਜਾਏਗੀ। ਪਾਤਸ਼ਾਹ ਕਹਿਣ ਲੱਗੇ ਭਾਈ ਜਦੋਂ ਗੁਰੂ ਪਾਤਸ਼ਾਹ ਨੇ ਕਿਰਪਾ ਕਰਕੇ ਨਾਮ ਦੀ ਕਣੀ ਬਖਸ਼ਿਸ਼ ਕੀਤੀ ਤੇ ਉਹ ਨਾਮ ਦੀ ਕਣੀ ਲੈਣ ਵਾਲਾ ਗੁਰਮੁਖ ਜਿਹੜਾ ਹੈ ਨਾ ਉਹ ਆਪ ਤੇ ਤਰ ਜਾਂਦਾ, ਪਰ ਕਈਆਂ ਦਾ ਨਾਲ ਉਧਾਰ ਕਰ ਲੈਂਦਾ, ਕਈਆਂ ਦਾ ਭਲਾ ਕਰ ਦਿੰਦਾ। ਐਸੀ ਦਾਤ ਪ੍ਰਾਪਤ ਹੁੰਦੀ ਹੈ। ਸਿਮਰਤ ਸਾਧ ਸੋਧਿਆ ਭਾਈ ਵਿਣ ਸਤਿਗੁਰ ਭਰਮ ਨਾ ਜਾਏ। ਲੋਕਾਂ ਨੇ ਸਿਮਰਤੀਆਂ ਨੂੰ ਪੜ੍ਹਿਆ, 27 ਸਿਮਰਤੀਆਂ, 27 ਗ੍ਰੰਥ ਨੇ ਹਿੰਦੂ ਮਤ ਦੇ, ਜਿਹਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਤੇ ਜਵਾਬ, ਕਈ ਤਰ੍ਹਾਂ ਦੇ ਜਿਹੜੀਆਂ ਜਾਣਕਾਰੀਆਂ ਗਿਆਨ ਭਰਪੂਰ ਗੱਲਾਂ ਲਿਖੀਆਂ ਹੋਈਆਂ ਕਿ ਕਿਸ ਦੇਵਤੇ ਨੇ ਕਿਸ ਅਵਤਾਰ ਨੇ ਕੀ ਕੀਤਾ ਹੈ, ਕੀ ਕਰਨਾ ਚਾਹੀਦਾ, ਕਿਸ ਚੀਜ਼ ਤੋਂ ਕੀ ਕੁਝ ਮਿਲਦਾ ਹੈ। ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਦੇ ਲਿਖੇ ਹੋਏ 27 ਗ੍ਰੰਥ ਉਹਨਾਂ ਨੂੰ ਕਿਹਾ ਗਿਆ ਸਿਮਰਤੀਆਂ। 27 ਗ੍ਰੰਥ ਸਿਮਰਤੀਆਂ ਵੀ ਪੜ੍ਹ ਲਈਆਂ ਅਤੇ ਇਸੇ ਤਰ੍ਹਾਂ 6 ਸ਼ਾਸਤਰ ਨੇ, ਉਹਨਾਂ 6 ਸ਼ਾਸਤਰਾਂ ਨੂੰ ਵੀ ਪੜ੍ਹ ਲਿਆ। ਪਰ ਪੜ੍ਹਨ ਤੋਂ ਮਗਰੋਂ ਇਹ ਸਾਰਾ ਕੁਝ ਵਿਚਾਰਿਆ ਵੀ ਗਿਆ। ਸਿਮਰਤੀਆਂ ਪੜ੍ਹ ਕੇ, ਸ਼ਾਸਤਰ ਪੜ੍ਹ ਕੇ, ਪੁਰਾਣ ਕੁਰਾਨ ਪੜ੍ਹ ਕੇ, ਜਦੋਂ ਸਭ ਕੁਝ ਪੜ੍ਹ ਕੇ ਵਿਚਾਰਿਆ ਤੇ ਫਿਰ ਪਤਾ ਲੱਗਾ ਬਿਨ ਸਤਿਗੁਰ ਭਰਮ ਨਾ ਜਾਏ। ਭਾਈ ਗੁਰੂ ਬਿਨਾ ਭਰਮ ਨਹੀਂ ਜੇ ਜਾਂਦਾ। ਗ੍ਰੰਥ ਪੜ੍ਹ ਲਿਆ ਗਿਆਨ ਵਾਸਤੇ, ਪਰ ਗਿਆਨ ਲੈ ਕੇ ਕਈ ਵਾਰੀ ਬੰਦਾ ਗਿਆਨ ਵਿੱਚ ਵੀ ਡੁੱਬ ਜਾਂਦਾ ਹੈ, ਗਿਆਨ ਵਿੱਚ ਹੀ ਗੋਤਾ ਖਾ ਜਾਂਦਾ, ਗਿਆਨ ਵਿੱਚ ਹੀ ਉਲਝ ਜਾਂਦਾ ਹੈ। ਗਿਆਨ ਮਿਲ ਤੇ ਗਿਆ, ਪਰ ਭਰਮ ਜਿਹੜਾ ਖਤਮ ਕਰਨਾ ਉਹ ਗੁਰੂ ਨੇ ਕਰਨਾ ਹੈ। ਇਸ ਕਰਕੇ ਜਿਨ੍ਹਾਂ ਉੱਪਰ ਗੁਰੂ ਦੀ ਕਿਰਪਾ ਹੁੰਦੀ ਉਹਨਾਂ ਨੇ ਫਿਰ ਗੁਰੂ ਕੋਲ ਆ ਕੇ ਆਪਣੇ ਭਰਮ ਨੂੰ ਦੂਰ ਕੀਤਾ। ਜੇ ਗੁਰੂ ਪ੍ਰਾਪਤ ਨਾ ਹੋਵੇ ਤੇ ਇਕੱਲੇ ਗ੍ਰੰਥ ਪੜ੍ਹ ਕੇ, ਕੋਈ ਆਖਦਾ ਮੈਂ ਅੰਗਰੇਜ਼ੀ ਦੀ ਕਿਤਾਬ ਪੜ੍ਹ ਲਈ, ਕੋਈ ਆਖਦਾ ਹਿੰਦੀ ਦੀ ਪੜ੍ਹ ਲਈ, ਕੋਈ ਆਖਦਾ ਮੈਂ ਵਿਗਿਆਨੀ ਬਣ ਗਿਆ, ਕੋਈ ਡਾਕਟਰ ਬਣ ਗਿਆ। ਦੁਨੀਆ ਦੇ ਵਿੱਚ ਗ੍ਰੰਥ ਤੇ ਪੜ੍ਹ ਲੈ, ਡਿਗਰੀਆਂ ਤੇ ਲੈ ਲਈਆਂ, ਪਰ ਭਰਮ ਗੁਰੂ ਦੀ ਕਿਰਪਾ ਬਿਨਾ ਕੋਈ ਨਹੀਂ ਜੇ ਜਾਂਦਾ। ਸਤਿਗੁਰੂ ਐਸਾ ਦਿਆਲੂ ਹੈ, ਸਤਿਗੁਰੂ ਜੀ ਬੰਧਨ ਕੱਟ ਦਿੰਦੇ ਭਰਮ ਦੇ। ਸਤਿਗੁਰ ਸਿੱਖ ਹੈ ਬੰਧਨ ਕੱਟ ਹੈ, ਭਰਮ ਦਾ ਬੰਧਨ ਸਤਿਗੁਰੂ ਕੱਟਣ ਵਾਲੇ। ਇਸ ਕਰਕੇ ਗੁਰੂ ਰਹਿਮਤ ਨਾਲ ਇਹ ਭਰਮ ਦੇ ਬੰਧਨ ਦੂਰ ਹੁੰਦੇ ਹਨ। ਅਨੇਕ ਕਰਮ ਕਰ ਥਾਕਿਆ ਭਾਈ ਫਿਰ ਬੰਧਨ ਪਾਏ। ਅਨੇਕ ਤਰ੍ਹਾਂ ਦੇ ਕਰਮ ਕਰਕੇ ਥੱਕ ਗਏ, ਵਾਰ-ਵਾਰ ਬੰਧਨ ਪੈਂਦੇ, ਜੰਮਣ ਤੇ ਮਰਨ ਦੇ ਮੁਕਤ ਨਹੀਂ ਹੋਣ ਦਿੰਦੇ ਹਨ। ਚਾਰੇ ਕੁੰਡਾਂ ਸੋਧਿਆ ਭਾਈ ਵਿਨ ਸਤਿਗੁਰ ਨਾਹੀ ਜਾਏ। ਚਾਰੇ ਕੁੰਡਾਂ ਉੱਤਰ, ਦਕਸ਼ਨ, ਪੂਰਬ ਤੇ ਪੱਛਮ, ਇਹ 4 ਦਿਸ਼ਾਵਾਂ ਨੇ। ਇਹਨਾਂ 4 ਦਿਸ਼ਾਵਾਂ ਦੇ ਵਿੱਚ ਜਾ ਕੇ ਘੁੰਮ ਕੇ ਵਿਚਾਰ ਕੇ ਵੇਖ ਲਿਆ ਬੜਾ ਕੁਝ। ਦੱਖਣ ਦੇ ਲੋਕ ਕੀ ਕਹਿੰਦੇ ਨੇ, ਪੱਛਮ ਦੇ ਕੀ ਕਹਿੰਦੇ ਨੇ, ਹਿੰਦੂ ਕੀ ਕਹਿੰਦੇ ਨੇ, ਮੁਸਲਮਾਨ ਕੀ ਕਹਿੰਦੇ ਨੇ, ਉਹਨਾਂ ਦੀਆਂ ਵਿਚਾਰਾਂ ਕੀ ਨੇ। ਵੱਖ-ਵੱਖ ਦੁਨੀਆ ਦੇ ਲੋਕਾਂ ਦੇ ਕੋਲ ਜਾ ਕੇ ਵੇਖਿਆ, ਬੈਠੇ ਆ, ਵਿਚਾਰਾਂ ਵੀ ਕੀਤੀਆਂ, ਪਰ ਪਤਾ ਲੱਗਾ ਬਿਨ ਸਤਿਗੁਰ ਨਾ ਹੀ ਜਾਏ। ਗੁਰਮੁਖੋ ਮੁਕਤੀ ਦੀ ਜਿਹੜੀ ਜਗ੍ਹਾ ਹੈ ਨਾ ਉਹ ਗੁਰੂ ਬਿਨਾ ਨਹੀਂ ਮਿਲਦੀ। ਰਹਿਓ ਸੰਤ ਹੋਂ ਟੋਲ ਸਾਧ ਬੋ ਤੇਰੇ ਡਿਠੇ, ਗੁਰਬਾਣੀ ਦਾ ਬਚਨ ਹੈ। ਬੜੇ ਬੜੇ ਸੰਤਾਂ ਸਾਧੂਆਂ ਨੂੰ, ਸੰਨਿਆਸੀਆਂ ਨੂੰ, ਜਟਾ ਵਾਲਿਆਂ ਨੂੰ, ਜੋਗੀਆਂ ਨੂੰ, ਦਿਗੰਬਰਾਂ ਨੂੰ, ਨੰਗਿਆਂ ਨੂੰ, ਬੜਿਆਂ ਨੂੰ ਮਿਲੇ ਜਾ ਕੇ, ਵਿਚਾਰਾਂ ਬੜੀਆਂ ਕੀਤੀਆਂ, ਪਰ ਗੁਰੂ ਤੋਂ ਬਿਨਾ ਭਰਮ ਨਹੀਂ ਜਾਂਦਾ। ਇਸ ਕਰਕੇ ਮਹਾਰਾਜ ਕਹਿਣ ਲੱਗੇ ਚਾਰੇ ਕੁੰਡਾਂ ਸੋਧੀਆਂ ਭਾਈ। ਚਾਰੇ ਕੁੰਡਾਂ ਵਿੱਚ ਵਿਚਰ ਕੇ ਆ ਗਏ ਆ,
ਪਰ ਬਿਨ ਸਤਿਗੁਰ ਭਰਮ ਨਾ ਜਾਏ, ਗੁਰੂ ਬਿਨਾ ਭਰਮ ਦੂਰ ਨਹੀਂ ਹੁੰਦਾ ਹੈ। ਵਡ ਭਾਗੀ ਗੁਰ ਪਾਇਆ ਭਾਈ, ਹਰ ਹਰ ਨਾਮ ਵੱਡਿਆਂ ਧਿਆਏ। ਭਾਗਾਂ ਨਾਲ ਗੁਰੂ ਮਿਲਦਾ ਹੈ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਸਿੱਖ ਬਣੇ ਆ ਨਾ, ਸਿੱਖੀ ਸਾਨੂੰ ਪ੍ਰਾਪਤ ਹੈ, ਅੰਮ੍ਰਿਤ ਦੀ ਦਾਤ ਸਾਨੂੰ ਪ੍ਰਾਪਤ ਹੈ, ਇਹ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ। ਸੋ ਵਡਭਾਗੀ ਗੁਰ ਪਾਇਆ ਭਾਈ, ਵੱਡਿਆਂ ਭਾਗਾਂ ਨਾਲ ਗੁਰੂ ਪ੍ਰਾਪਤ ਹੁੰਦਾ। ਹਰ ਹਰ ਨਾਮ ਧਿਆਏ, ਨਾਮ ਜਪਣ ਵਾਲੇ ਹਰੀ ਹਰ ਪਰਮੇਸ਼ਰ ਦੇ ਨਾਮ ਨੂੰ ਧਿਆ ਕੇ ਮੁਕਤ ਹੁੰਦੇ ਹਨ। ਸੱਚ ਸਦਾ ਹੈ ਨਿਰਮਲਾ ਭਾਈ, ਨਿਰਮਲ ਸਾਚੇ ਸੋਏ। ਪਰਮਾਤਮਾ ਦਾ ਨਾਮ ਸਦਾ ਨਿਰਮਲ ਹੈ। ਜਿਨ੍ਹਾਂ ਨੇ ਉਸ ਨਿਰਮਲ ਨਾਮ ਨੂੰ ਜਪਿਆ, ਉਹਨਾਂ ਗੁਰਮੁਖਾਂ ਦੀ ਸੋਭਾ ਵੀ ਨਿਰਮਲ ਹੋ ਜਾਂਦੀ ਹੈ। ਨਦਰ ਕਰੇ ਜਿਸ ਆਪਣੀ ਭਾਈ, ਤਿਸ ਪ੍ਰਾਪਤ ਹੋਏ। ਜਿਨ੍ਹਾਂ ਉੱਪਰ ਉਹ ਨਜ਼ਰ ਕਰਦਾ, ਕਿਰਪਾ ਦ੍ਰਿਸ਼ਟੀ ਕਰਦਾ, ਮਿਹਰ ਕਰਦਾ, ਉਹ ਜਿਹੜੇ ਗੁਰਮੁਖ ਨੇ ਉਸ ਨੂੰ ਪ੍ਰਾਪਤ ਹੁੰਦੇ ਨੇ। ਪ੍ਰਾਪਤੀ ਕਿਹਨਾਂ ਨੂੰ ਹੋਈ ਹੈ? ਜਿਨ੍ਹਾਂ ਨੂੰ ਉਹ ਆਪਣੀ ਪ੍ਰਾਪਤੀ ਆਪ ਕਰਵਾਉਂਦਾ ਹੈ। ਸੋ ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੋਂ ਆਪ ਕਰਾਏ। ਸੇਵਾ ਉਹ ਕਰਦਾ, ਨਾਮ ਉਹ ਜਪਦਾ, ਮਿਲਦਾ ਉਹ ਹੈ ਜਿਹਨੂੰ ਉਹ ਆਪਣੇ ਨਾਲ ਮਿਲਦਾ ਹੈ। ਐਸੀ ਦਾਤ ਮਿਲਦੀ ਹੈ। ਕੋਟ ਮਦੇ ਜਨ ਪਾਈਏ ਭਾਈ, ਵਿਰਲਾ ਕੋਈ ਕੋਏ। ਕਰੋੜਾਂ ਵਿੱਚ ਕੋਟ ਮਦੇ, ਕਰੋੜਾਂ ਵਿੱਚੋਂ ਕੋਈ ਵਿਰਲਾ, ਕੋਈ ਵਿਰਲਾ ਹੈ। ਵਿਰਲੇ ਕਈ ਕੇ ਜਗ ਮੇ ਉਤਮ ਕਾਢੀ ਹੈ, ਵਿਰਲੇ ਕਈ ਕੇ ਆਪਾਂ ਬਚਨ ਪੜ੍ਹਦੇ ਹਾਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਕੋਟ ਮਦੇ ਜਨ ਪਾਈਏ ਭਾਈ, ਐ ਭਰਾਵੋ ਕਰੋੜਾਂ ਵਿੱਚ ਕੋਈ ਵਿਰਲਾ ਇੱਕ ਅੱਧਾ ਹੀ ਪ੍ਰਾਪਤ ਹੁੰਦਾ। ਕੌਣ? ਜਿਨੇ ਨਾਮ ਜਪਿਆ। ਬਾਕੀ ਤੇ ਐਵੇਂ ਗਿਣਤੀ ਇਕੱਠੀ ਕੀਤੀ ਹੋਈ ਹੈ। ਬਾਕੀ ਗਿਣਤੀਆਂ ਨੂੰ ਕੀ ਕਰਨਾ ਹੈ? ਪਰ ਨਾਮ ਜਪਣ ਵਾਲਾ ਕੋਈ ਗੁਰਮੁਖ ਵਿਰਲਾ, ਬੜੀ ਥੋੜੀ ਗਿਣਤੀ ਵਾਲਾ ਹੈ। ਨਾਨਕ ਰਤਾ ਸਚ ਨਾਮ ਭਾਈ, ਸੁਣ ਮਨ ਤਨ ਨਿਰਮਲ ਹੋਏ। ਸਤਿਗੁਰੂ ਗੁਰੂ ਨਾਨਕ ਦੇ ਪਾਤਸ਼ਾਹ ਦੇ ਪੰਜਵੇਂ ਰੂਪ ਨੇ। ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸ਼ਬਦ ਨੂੰ ਸੰਪੂਰਨ ਕਰਦਿਆਂ ਹੋਇਆਂ ਇੱਥੇ ਬਚਨ ਲਿਖਦੇ ਪਏ। ਕਹਿਣ ਲੱਗੇ, ਨਾਨਕ ਰਤਾ ਸਚ ਨਾਮ ਭਾਈ। ਐ ਭਰਾਵੋ ਜਿਹੜੇ ਨਾਮ ਦੇ ਵਿੱਚ ਰਤੇ ਨੇ, ਨਾਮ ਦੇ ਵਿੱਚ ਰੰਗੇ ਗਏ, ਜਿਨ੍ਹਾਂ ਨੂੰ ਨਾਮ ਦਾ ਰੰਗ ਚੜ੍ਹਿਆ ਨਾ ਗੁਰਮੁਖਾਂ ਨੂੰ, ਤੇ ਪਾਤਸ਼ਾਹ ਕਹਿਣ ਲੱਗੇ ਉਹਨਾਂ ਗੁਰਮੁਖਾਂ ਦੇ ਕੋਲੋਂ ਜਦੋਂ ਨਾਮ ਸੁਣਾਂਗੇ, ਤਾਂ ਹੀ ਆਖਿਆ ਜਾਂਦਾ ਹੈ ਨਾ ਕਿ ਵੱਧ ਤੋਂ ਵੱਧ ਬਾਣੀ ਪੜ੍ਹਨ ਵਾਲਾ, ਸਿਮਰਨ ਕਰਨ ਵਾਲਾ ਜੇ ਕੋਈ ਸਾਧੂ ਮਿਲ ਜਾਵੇ, ਉਹਦੇ ਮੁਖ ਦਾ ਜੇ ਬਚਨ ਸੁਣਿਆ, ਕਿਹਾ ਹੋਇਆ ਸਾਡੇ ਕੰਨਾਂ ਦੇ ਵਿੱਚ ਪੈ ਜਾਵੇ, ਸੁਣ ਲਈਏ, ਸਾਡਾ ਭਲਾ ਹੋ ਜਾਵੇਗਾ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਲਿਖਿਆ, ਕਹਿਣ ਲੱਗੇ, ਭਾਈ ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ। ਜਿਹਦੇ ਅੰਦਰ ਰੱਬ ਵਸਿਆ, ਉਹਦੀ ਸਿੱਖਿਆ ਨਾਲ ਬੜਿਆਂ ਦਾ ਭਲਾ ਹੋ ਜਾਂਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਿਹੜੇ ਨਾਮ ਦੇ ਵਿੱਚ ਰੰਗੇ ਹੋਏ ਨੇ, ਜਦੋਂ ਉਹਨਾਂ ਦੇ ਕੋਲੋਂ ਜਾ ਕੇ ਨਾਮ ਸੁਣਾਂਗੇ ਨਾ, ਮਨ ਤਨ ਨਿਰਮਲ ਹੋਏ, ਫਿਰ ਮਨ ਵੀ ਨਿਰਮਲ ਹੋ ਜਾਏਗਾ, ਤਨ ਵੀ ਨਿਰਮਲ ਹੋ ਜਾਏਗਾ। ਮਨ ਤੇ ਤਨ ਦੋਨੇ ਹੀ ਪਵਿੱਤਰ ਹੋ ਜਾਣਗੇ। ਪਰ ਹੋਣਗੇ ਕਦੋਂ? ਜਦੋਂ ਉਹਨਾਂ ਕੋਲੋਂ ਸੁਣਾਂਗੇ ਜਿਨ੍ਹਾਂ ਨੇ ਤੈਨੂੰ ਪ੍ਰਾਪਤ ਕੀਤਾ ਹੈ। ਐਸੀਆਂ ਦਾਤਾਂ ਪ੍ਰਾਪਤ ਹੁੰਦੀਆਂ। ਇਹ ਗੁਰੂ ਪਾਤਸ਼ਾਹ ਨੇ ਰਹਿਮਤ ਕੀਤੀ ਹੈ। ਉਪਦੇਸ਼ ਹਿਰਦੇ ਵਸੇ ਤਾਂ ਕਿ ਸਾਡਾ ਭਲਾ ਹੋਵੇ। ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਕੋਟ ਮਦੈ ਜਨ ਪਾਈਏ ਭਾਈ, ਵਿਰਲਾ ਕੋਈ ਕੋਏ। ਨਾਨਕ ਰਤਾ ਸਚ ਨਾਮ ਭਾਈ, ਸੁਣ ਮਨ ਤਨ ਨਿਰਮਲ ਹੋਏ। ਵਾਹਿਗੁਰੂ ਜੀ ਕਾ ਖਾਲਸਾ।